ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਦੱਸਾਂਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਪ੍ਰੈਸ ਕਾਨਫਰੰਸ ਦੇ ਰਾਹੀਂ ਕੈਨੇਡਾ ਵਾਸੀਆਂ ਨੂੰ ਕੀ ਦਿੱਤੀ ਜਾਣਕਾਰੀ ਤੇ ਨੌਕਰੀਆਂ ਦੇ ਤਾਜ਼ਾ ਆਏ ਅੰਕੜਿਆਂ ਸੰਬੰਧੀ ਉਹਨਾਂ ਨੇ ਕੀ ਦੱਸਿਆ। ਡਗ ਫੋਰਡ ਦੀ ਪਾਰਟੀ ਨੇ ਟਰੂਡੋ ਸਰਕਾਰ ਤੇ ਨਿਸ਼ਾਨਾ ਧਰਦੇ ਹੋਏ ਇੱਕ ਵਿਗਿਆਪਨ ਰਾਹੀਂ ਲਗਾਏ ਟਰੈਵਲ ਹਦਾਇਤਾਂ ਸਖਤ ਨਾ ਕਰਨ ਦੇ ਇਲਜ਼ਾਮ। ਤਾਂ ਦੱਸਾਂਗੇ ਕਿਵੇਂ ਜਸਟਿਨ ਟਰੂਡੋ ਨੇ ਉਹਨਾਂ ਨੂੰ ਦਿੱਤਾ ਜਵਾਬ। ਇਮੀਗ੍ਰੇਸ਼ਨ ਵਿਭਾਗ ਦੇ ਨਵੇਂ ਪ੍ਰੋਗਰਾਮਸ ਦੇ ਰਾਹੀਂ ਕਿੰਨਿਆਂ ਨੇ ਲਗਾ ਦਿੱਤੀਆਂ ਨੇ ਹੁਣ ਤੱਕ PR ਦੇ ਵਾਸਤੇ ਫਾਈਲਾਂ, ਦਵਾਂਗੇ ਇਸ ਦੇ ਬਾਰੇ ਜਾਣਕਾਰੀ। ਐਲਬਰਟਾ ਦੀ ਇੱਕ ਡਾਕਟਰ ਨੂੰ ਕੀਤਾ ਗਿਆ ਗ੍ਰਿਫਤਾਰ, $35 ਲੱਖ ਤੱਕ ਦੇ ਬਿੱਲ ਬਣਾਉਣ ਦਾ ਮਾਮਲਾ। ਟਰੱਕ ਡਰਾਈਵਰ ਸੰਬੰਧੀ ਐਲਬਰਟਾ ਸਰਕਾਰ ਦਾ ਨਵਾਂ ਐਲਾਨ, ਦਵਾਂਗੇ ਇਸ ਦੇ ਬਾਰੇ ਪੂਰੀ ਜਾਣਕਾਰੀ। ਮੈਨੀਟੋਬਾ ਵਿੱਚ PNP ਦਾ ਤਾਜ਼ਾ ਡਰਾਅ, ਦੱਸਾਂਗੇ ਕਿੰਨਿਆਂ ਦੀ PR ਦੇ ਵਾਸਤੇ ਸ਼ੁਰੂ ਹੋਈ ਪ੍ਰਕਿਰਿਆ। ਓਨਟਾਰੀਓ ਵਿੱਚ ਹੁਣ 18 ਸਾਲਾ ਨੌਜਵਾਨ ਦੀ ਕੋਵਿਡ-19 ਦੇ ਕਰਕੇ ਮੌਤ। ਓਨਟਾਰੀਓ ਵਿਚਲੇ ਕੋਵਿਡ-19 ਦੇ ਤਾਜ਼ਾ ਹਾਲਾਤ ਦੇ ਬਾਰੇ ਦਵਾਂਗੇ ਪੂਰੀ ਜਾਣਕਾਰੀ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸਵੇਰੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨਾਂ ਨੇ ਕੈਨੇਡਾ ਵਾਸੀਆਂ ਦੇ ਲਈ ਕਈ ਗੱਲਾਂ ਕਹੀਆਂ ਨੇ, ਜਿਸ ਦੇ ਵਿੱਚ ਉਹਨਾਂ ਨੇ ਖਾਸ ਤੌਰ ਦੇ ਉੱਤੇ ਕੋਵਿਡ-19 ਨਾਲ ਸੰਬੰਧਿਤ ਮੌਜੂਦਾ ਹਾਲਾਤ ਤੇ ਬੋਲਿਆ ਤੇ ਨਾਲ ਹੀ ਜੋ ਮੌਜੂਦਾ ਵਿੱਤੀ ਪੱਧਰ ਦੇ ਉੱਤੇ ਲੋਕਾਂ ਨੂੰ ਮਦਦ ਦੀ ਲੋੜ ਹੈ ਉਸ ਦਾ ਵੀ ਜ਼ਿਕਰ ਉਸ ਸਮੇਂ ਉਹਨਾਂ ਨੇ ਕੀਤਾ ਜਦੋਂ 2 ਲੱਖ ਤੋਂ ਵੱਧ ਪਿਛਲੇ ਮਹੀਨੇ ਨੌਕਰੀਆਂ ਚਲੇ ਜਾਣ ਦੇ ਅੰਕੜੇ ਸਾਹਮਣੇ ਆਏ ਨੇ। ਨੌਕਰੀਆਂ ਦੇ ਬਾਰੇ ਵੀ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੋਰ ਕਿਹੜੀਆਂ ਗੱਲਾਂ ਕਹੀਆਂ ਨੇ ਉਹ ਤੁਹਾਨੂੰ ਦੱਸਦੇ ਹਾਂ। Hello everyone. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਜਦੋਂ ਪ੍ਰੈਸ ਕਾਨਫਰੰਸ ਕੀਤੀ ਤਾਂ ਇਸ ਦੌਰਾਨ ਉਹਨਾਂ ਨੇ ਜ਼ਿਕਰ ਕੀਤਾ ਕਿ ਕੋਵਿਡ-19 ਦੇ ਮਾਮਲਿਆਂ ਨੂੰ ਘੱਟ ਕਰਨ ਦੇ ਵਾਸਤੇ ਕੈਨੇਡਾ ਸਰਕਾਰ ਦੇ ਵੱਲੋਂ ਕਿਹੋ ਜਿਹੇ ਕਦਮ ਚੁੱਕੇ ਜਾ ਰਹੇ ਨੇ, ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਵੱਖੋ-ਵੱਖਰੇ ਸੂਬਿਆਂ ਦੇ ਪ੍ਰੀਮੀਅਰਸ ਦੇ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਤੇ ਸੂਬਿਆਂ ਦੀ ਲੋੜ ਮੁਤਾਬਕ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ 26 ਮਿਲੀਅਨ ਤੋਂ ਜ਼ਿਆਦਾ ਰੈਪਿਡ ਟੈਸਟ ਨੇ ਜੋ ਉਹਨਾਂ ਦੇ ਵਾਸਤੇ ਸਮਾਨ ਸੂਬਿਆਂ ਤੇ ਟੈਰੀਟਰੀਜ਼ ਨੂੰ ਭੇਜਿਆ ਜਾ ਚੁੱਕਿਆ ਕੈਨੇਡਾ ਸਰਕਾਰ ਦੇ ਵੱਲੋਂ ਤੇ ਇਸ ਦੇ ਨਾਲ ਹੀ 10 ਲੱਖ ਦੇ ਕਰੀਬ ਰੈਪਿਡ ਟੈਸਟ ਕਿੱਟ ਨੇ ਜੋ ਉਹ ਕੰਮ ਵਾਲੀਆਂ ਥਾਵਾਂ ਨੂੰ ਸਿੱਧੀਆਂ ਵੀ ਭੇਜੀਆਂ ਜਾ ਚੁੱਕੀਆਂ ਨੇ ਤੇ ਵੱਖੋ ਵੱਖਰੇ ਵਪਾਰ ਤੇ ਸੰਸਥਾਵਾਂ ਉਹਨਾਂ ਦੀ ਮਦਦ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਮੌਕੇ, ਜਿਨ੍ਹਾਂ ਦੇ ਵੱਲੋਂ ਕੋਵਿਡ-19 ਦੇ ਦੌਰਾਨ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਟੀਕੇ ਲਗਾਉਣ ਨੂੰ ਲੈ ਕੇ ਵੀ ਲਗਾਤਾਰ ਮਦਦ ਜਾਰੀ ਹੈ, ਇਸ ਦੇ ਵਾਸਤੇ ਸਪਲਾਈ ਵੀ ਲਗਾਤਾਰ ਜਾਰੀ ਹੈ। ਇਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ। ਇਸ ਦੌਰਾਨ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਅਪ੍ਰੈਲ ਮਹੀਨੇ ਕਈ ਨੌਕਰੀਆਂ ਗਈਆਂ ਨੇ। ਸਟੈਟਿਕਸ ਕੈਨੇਡਾ ਦੇ ਵੱਲੋਂ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ, ਜਿਨ੍ਹਾਂ ਮੁਤਾਬਕ 2,07,000 ਨੌਕਰੀਆਂ ਨੇ ਜੋ ਅਪ੍ਰੈਲ ਦੇ ਮਹੀਨੇ ਚਲੀਆਂ ਗਈਆਂ, ਜਿਸ ਦੇ ਪਿੱਛੇ ਕਾਰਨ ਇਹ ਦੱਸਿਆ ਗਿਆ ਕਿ ਕੋਵਿਡ-19 ਦੀ ਜੋ ਤੀਜੀ ਵੇਵ ਹੈ ਉਸ ਦੇ ਕਰਕੇ ਪ੍ਰਭਾਵ ਪਿਆ, ਕਿਉਂਕਿ ਹਦਾਇਤਾਂ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਹੋਰ ਜ਼ਿਆਦਾ ਸਖਤ ਕੀਤੀਆਂ ਗਈਆਂ ਨੇ, ਜਿਸ ਦੇ ਕਰਕੇ ਇਹ ਨੌਕਰੀਆਂ ਚਲੀਆਂ ਗਈਆਂ। ਜਿਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਤੁਹਾਡੀ ਨੌਕਰੀ ਚਲੀ ਗਈ ਹੈ ਤਾਂ ਉਹ ਤੁਹਾਨੂੰ ਹਾਰਨ ਨਹੀਂ ਦੇਣਗੇ। ਇਸ ਦੇ ਲਈ ਕੈਨੇਡਾ ਸਰਕਾਰ ਦੇ ਵੱਲੋਂ ਵੱਖੋ ਵੱਖਰੇ ਪੱਧਰ ਦੇ ਉੱਤੇ ਵਿੱਤੀ ਮਦਦ ਜੋ ਦਿੱਤੀ ਜਾ ਰਹੀ ਹੈ ਉਸ ਮਦਦ ਨੂੰ ਲਿਆ ਜਾ ਸਕਦਾ ਹੈ, ਜਿਸ ਦੇ ਨਾਲ ਮਦਦ ਲਈ ਜਾ ਸਕਦੀ ਹੈ। ਇਸ ਦੇ ਨਾਲ ਹੀ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ ਜਦੋਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਟਰੈਵਲ ਨੂੰ ਲੈ ਕੇ ਜੋ ਰੋਕ ਹੈ ਉਸ ਨੂੰ ਹੋਰ ਸਖਤ ਕਰ ਦਿੱਤਾ ਜਾਵੇ ਕਿ ਜਿਹੜੇ ਅਮਰੀਕਾ ਤੋਂ ਲੈਂਡ ਬਾਰਡਰਸ ਦੇ ਰਾਹੀਂ ਵੀ ਓਨਟਾਰੀਓ ਦੇ ਵਿੱਚ ਆ ਰਹੇ ਨੇ ਉਹਨਾਂ ਦੇ ਵਾਸਤੇ ਵੀ ਹੋਟਲ ਕੁਆਰੰਟਾਈਨ ਦੀ ਹਦਾਇਤ ਲਾਗੂ ਕੀਤੀ ਜਾਵੇ, ਜਦੋਂ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਵੀ ਓਨਟਾਰੀਓ ਦੇ ਵਿੱਚ ਆਉਣ ਨੂੰ ਉਹਨਾਂ ਦੇ ਬੰਦ ਕੀਤੇ ਜਾਣ ਦੀ ਮੰਗ ਕੀਤੀ ਗਈ। ਤਾਂ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਾ ਜ਼ਿਕਰ ਵੀ ਕੀਤਾ ਸੀ ਤੇ ਫਿਰ ਹੁਣ ਜੋ ਪ੍ਰੀਮੀਅਰ ਡਗ ਫੋਰਡ ਦੀ ਪਾਰਟੀ ਦੇ ਵੱਲੋਂ ਇੱਕ ਵਿਗਿਆਪਨ ਤਿਆਰ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਉਸ ਵਿਗਿਆਪਨ ਨੂੰ ਜਨਤਕ ਵੀ ਕੀਤਾ, ਜਿਸ ਦੇ ਵਿੱਚ ਇਲਜ਼ਾਮ ਫੈਡਰਲ ਸਰਕਾਰ ਦੇ ਉੱਤੇ ਲਗਾਏ ਗਏ ਨੇ ਕਿ ਜੋ ਟਰੈਵਲ ਨੂੰ ਲੈ ਕੇ ਹਦਾਇਤਾਂ ਨੇ ਉਹ ਸਖਤ ਨਹੀਂ ਕੀਤੀਆਂ ਗਈਆਂ, ਜਿਸ ਦੇ ਕਰਕੇ ਪ੍ਰਭਾਵ ਪਿਆ ਤੇ ਇਹਨਾਂ ਇਲਜ਼ਾਮਾਂ ਦਾ ਜਵਾਬ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤਾ, ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਓਨਟਾਰੀਓ ਵਾਸੀਆਂ ਦੇ ਵਾਸਤੇ ਕੋਵਿਡ-19 ਦੇ ਮਾਮਲਿਆਂ ਨੂੰ ਘੱਟ ਉਸ ਨਾਲ ਨਹੀਂ ਕੀਤਾ ਜਾ ਸਕਦਾ ਕਿ ਕਿਸੇ ਦੇ ਉੱਤੇ ਉਂਗਲ ਚੁੱਕੀ ਜਾਵੇ। ਇਸ ਦੌਰਾਨ ਜੋ ਵੱਖੋ ਵੱਖਰੇ ਕਦਮ ਹੈ ਉਹ ਚੁੱਕਣੇ ਜ਼ਰੂਰੀ ਨੇ ਤੇ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਥੇ ਵੀ ਜ਼ਿਕਰ ਕੀਤਾ ਕਿ ਜਦੋਂ ਡਗ ਫੋਰਡ ਦੇ ਵੱਲੋਂ ਜੋ ਟਰੈਵਲ ਨੂੰ ਲੈ ਕੇ ਰੋਕ ਨੂੰ ਹੋਰ ਸਖਤ ਕਰਨ ਦੇ ਬਾਰੇ ਗੱਲਬਾਤ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਫੈਡਰਲ ਸਰਕਾਰ ਨੇ ਕਿਹਾ ਸੀ ਕਿ ਉਹ ਇਸ ਦੇ ਉੱਤੇ ਕੰਮ ਕਰਨ ਦੇ ਲਈ ਜਿਹੜੇ ਕਿ ਓਨਟਾਰੀਓ ਦੇ ਨਾਲ ਮਿਲ ਕੇ ਤਿਆਰ ਨੇ, ਪਰ ਇਸ ਦੇ ਉੱਤੇ ਵਾਪਸ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ। ਇਸ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗੱਲਾਂ ਕਹੀਆਂ। We are more than happy to work with them on it, but it's been a week since we've received that request directly from the Premier that they haven't followed up on, except with personal attacks, which doesn't make sense and quite frankly won't help Ontarians. ਇਸ ਨਾਲ ਇਮੀਗ੍ਰੇਸ਼ਨ ਵਿਭਾਗ ਨੇ ਜੋ ਵੱਖ ਵੱਖਰੀਆਂ PR ਦੇ ਲਈ ਸਟਰੀਮਸ ਖੋਲੀਆਂ ਨੇ ਉਸ ਦੇ ਬਾਰੇ ਹੁਣ ਤੁਹਾਨੂੰ ਦੱਸਾਂਗੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜੋ ਤਾਜ਼ਾ ਅਪਡੇਟ ਦਿੱਤੀ ਗਈ ਹੈ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਉਹਨਾਂ ਨਵੇਂ ਪ੍ਰੋਗਰਾਮਸ ਦੇ ਬਾਰੇ ਜੋ PR ਦੇ ਲਈ 6 ਮਈ ਨੂੰ ਖੋਲ੍ਹੇ ਗਏ
ਉਸ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਵੇਰੇ ਵੀ ਜਾਣਕਾਰੀ ਦਿੱਤੀ ਸੀ ਕਿ ਜੋ ਇੰਟਰਨੈਸ਼ਨਲ ਗ੍ਰੈਜੂਏਟਸ ਨੇ ਉਹਨਾਂ ਦੇ ਵਾਸਤੇ ਜੋ 40,000 ਫਾਈਲਾਂ ਸੀ ਉਹ ਪੂਰੀਆਂ ਜਮ੍ਹਾਂ ਹੋ ਗਈਆਂ ਨੇ, ਜਿਸ ਕਰਕੇ ਇੰਟਰਨੈਸ਼ਨਲ ਗ੍ਰੈਜੂਏਟਸ ਦੇ ਵਾਸਤੇ ਇਹ ਪ੍ਰੋਗਰਾਮ ਬੰਦ ਹੋ ਗਿਆ ਹੈ। ਪਰ ਜਿਹੜੇ ਸਿਹਤ ਕਾਮੇ ਨੇ ਤੇ ਜ਼ਰੂਰੀ ਕਾਮੇ ਨੇ ਉਹਨਾਂ ਦੀਆਂ ਫਾਈਲਾਂ ਹਜੇ ਕਾਫੀ ਪਈਆਂ ਨੇ ਕਿ ਉਹ ਜਮ੍ਹਾਂ ਕਰਵਾ ਸਕਦੇ ਨੇ। ਉਸ ਦੇ ਵਿੱਚ ਜੋ ਤਾਜ਼ਾ ਅੰਕੜੇ ਸਾਂਝੇ ਕੀਤੇ ਗਏ ਨੇ ਇਮੀਗ੍ਰੇਸ਼ਨ ਵਿਭਾਗ ਨੇ 7:55 ਦੇ ਉੱਤੇ ਇਹ ਸਾਂਝੇ ਕੀਤੇ ਨੇ, ਜਿਸ ਦੇ ਵਿੱਚ ਸਿਹਤ ਕਾਮਿਆਂ ਦੀਆਂ 20,000 ਫਾਈਲਾਂ ਦੇ ਵਿੱਚੋਂ ਹੁਣ ਤੱਕ 831 ਫਾਈਲਾਂ ਹੀ ਲੱਗੀਆਂ ਨੇ ਤੇ ਜ਼ਰੂਰੀ ਕਾਮਿਆਂ ਦੀਆਂ 30,000 ਫਾਈਲਾਂ ਦੇ ਵਿੱਚੋਂ 5350 ਫਾਈਲਾਂ ਹੀ ਲੱਗੀਆਂ ਨੇ, ਜੋ ਇਹ ਜਾਣਕਾਰੀ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਤਾਜ਼ਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਿਸ ਦੇ ਵਿੱਚ ਕੋਈ ਸੀਮਾ ਨਹੀਂ ਹੈ, ਫ੍ਰੈਂਚ ਬੋਲਣ ਵਾਲਿਆਂ ਦੇ ਵਿੱਚ ਸਿਹਤ ਕਾਮਿਆਂ ਦੀਆਂ ਜੋ ਫਾਈਲਾਂ ਨੇ ਉਸ ਦੇ ਵਿੱਚ 6 ਫਾਈਲਾਂ ਹੀ ਲੱਗੀਆਂ ਨੇ ਪੀਆਰ ਦੇ ਵਾਸਤੇ। ਜਿਹੜੀਆਂ ਕਿ ਜ਼ਰੂਰੀ ਕਾਮਿਆਂ ਦੇ ਵਾਸਤੇ ਫਾਈਲਾਂ ਨੇ ਉਸ ਦੇ ਵਿੱਚ 212 ਫਾਈਲਾਂ ਹੀ ਲੱਗੀਆਂ ਨੇ ਪੀਆਰ ਦੇ ਵਾਸਤੇ, ਤੇ ਜਿਹੜੇ ਕਿ ਇੰਟਰਨੈਸ਼ਨਲ ਗ੍ਰੈਜੂਏਟ ਨੇ ਉਹਨਾਂ ਦੇ ਵਾਸਤੇ ਫ੍ਰੈਂਚ ਬੋਲਣ ਵਾਲੇ ਨੇ ਜਿਹੜੇ ਉਸ ਦੇ ਵਿੱਚ 68 ਫਾਈਲਾਂ ਹੀ ਲੱਗੀਆਂ ਨੇ। ਇਸ ਦੇ ਬਾਰੇ ਇਮੀਗ੍ਰੇਸ਼ਨ ਵਿਭਾਗ ਨੇ ਇਹ ਜੋ ਤਾਜ਼ਾ ਅੰਕੜੇ ਨੇ 7:55 ਨੂੰ ਸ਼ਾਮ ਨੂੰ ਸਾਂਝੇ ਕੀਤੇ ਨੇ। ਤਾਂ ਉਧਰ ਅਲਬਰਟਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ $35 ਲੱਖ ਤੱਕ ਦੇ ਫਰਾਡ ਨਾਲ ਸੰਬੰਧਿਤ ਬਿੱਲ ਅਲਬਰਟਾ ਸਰਕਾਰ ਨੂੰ ਭੇਜਣ ਦੇ ਉੱਤੇ ਉਸ ਤੋਂ ਬਾਅਦ ਜਾਂਚ ਹੋਈ ਮਾਮਲੇ ਦੇ ਉੱਤੇ ਤੇ ਹੁਣ ਇੱਕ ਡਾਕਟਰ ਦੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਉੱਤੇ ਮਾਮਲੇ ਦਰਜ ਹੋਏ ਨੇ। ਐਡਮੰਟਨ ਦੀ ਇੱਕ ਡਾਕਟਰ ਦੇ ਉੱਤੇ 2 ਮਾਮਲੇ ਦਰਜ ਹੋਏ ਨੇ, ਜਿਸ ਦੇ ਉੱਤੇ ਫਰਾਡ ਨਾਲ ਸੰਬੰਧਿਤ ਮਾਮਲੇ ਦਰਜ ਹੋਏ ਨੇ ਕਿ ਉਸਨੇ ਅਲਬਰਟਾ ਸਰਕਾਰ ਨੂੰ $3.5 ਮਿਲੀਅਨ ਯਾਨੀ ਕਿ $35 ਲੱਖ ਦੇ ਕਰੀਬ ਦਾ ਬਿੱਲ ਬਣਾ ਕੇ ਭੇਜ ਦਿੱਤਾ, ਜਿਸ ਦੇ ਬਾਰੇ ਐਡਮੰਟਨ ਪੁਲਿਸ ਸਰਵਿਸ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਅਲਬਰਟਾ ਜਸਟਿਸ ਡਿਪਾਰਟਮੈਂਟ ਦੇ ਵੱਲੋਂ ਇਹ ਜਾਣਕਾਰੀ ਮਿਲੀ, ਜਿਸ ਦੇ ਵਿੱਚ ਡਾਕਟਰ ਦੀ ਗ੍ਰਿਫਤਾਰੀ ਦੇ ਵਾਸਤੇ ਉਹਨਾਂ ਨੂੰ ਕਿਹਾ ਗਿਆ ਸੀ, ਜਿਸ ਦੇ ਬਾਰੇ ਉਹਨਾਂ ਨੇ ਹੁਣ ਜਾਣਕਾਰੀ ਦਿੱਤੀ ਹੈ ਜਦੋਂ ਹੁਣ ਉਸ ਦੇ ਉੱਤੇ ਮਾਮਲੇ ਦਰਜ ਹੋਏ ਨੇ ਡਾਕਟਰ ਦੇ ਉੱਤੇ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਡਾਕਟਰ ਨੇ ਜਾਲੀ ਬਿੱਲ ਬਣਾ ਕੇ ਸੂਬਾ ਸਰਕਾਰ ਨੂੰ ਭੇਜੇ ਜੋ ਕਿ $35 ਲੱਖ ਤੋਂ $41 ਲੱਖ ਤੱਕ ਦੇ ਸਨ, ਜਿਸ ਦੇ ਵਿੱਚ ਉਸਨੇ ਦੱਸਿਆ ਡਾਕਟਰ ਨੇ ਕਿ ਉਸਦੀ ਸਰਵਿਸ ਦੇ ਵਾਸਤੇ ਇਹ ਫੀਸ ਸੀ। ਡਾਕਟਰ ਦੀ ਪਛਾਣ 33 ਸਾਲਾ ਡਾਕਟਰ ਯੀਫੀ ਸ਼ੀ ਦੇ ਵਜੋਂ ਹੋਈ ਹੈ, ਜਿਸ ਨੂੰ ਕਿ ਅਪ੍ਰੈਲ 23 ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੇ ਉੱਤੇ $5,000 ਤੋਂ ਜ਼ਿਆਦਾ ਦੇ ਫਰਾਡ ਤੇ ਚੋਰੀ ਨਾਲ ਸੰਬੰਧਿਤ ਮਾਮਲੇ ਦਰਜ ਹੋਏ ਨੇ। ਅੱਗੇ ਅਲਬਰਟਾ ਸਰਕਾਰ ਨੇ ਟਰੱਕ ਡਰਾਈਵਰ ਜਿਹੜੇ ਕਿ ਅਮਰੀਕਾ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਕੋਵਿਡ-19 ਦੇ ਟੀਕਿਆਂ ਦੀ ਸਹੂਲਤ ਮਿਲੇਗੀ ਉਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਤੇ ਸੰਧੀ ਹੋਣ ਦੇ ਬਾਰੇ ਵੀ ਉਹਨਾਂ ਨੇ ਦੱਸਿਆ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਨੇ ਜਾਣਕਾਰੀ ਦਿੱਤੀ ਹੈ ਕਿ ਅਲਬਰਟਾ ਤੇ ਮੌਂਟੇਨਾ ਦੋਵੇਂ ਇਕੱਠੇ ਮਿਲ ਕੇ ਕੰਮ ਕਰਨਗੇ ਕੋਵਿਡ-19 ਦੇ ਟੀਕਿਆਂ ਨਾਲ ਸੰਬੰਧਿਤ, ਜਿਸ ਸੰਬੰਧੀ ਦੋਵਾਂ ਦੀ ਸੰਧੀ ਹੋਈ ਹੈ। ਇਸ ਦੇ ਬਾਰੇ ਵਿਸਥਾਰ ਦੇ ਵਿੱਚ ਪ੍ਰੀਮੀਅਰ ਜੇਸਨ ਕੇਨੀ ਦੇ ਵੱਲੋਂ ਜਦੋਂ ਐਲਾਨ ਕੀਤਾ ਗਿਆ ਤਾਂ ਉਹਨਾਂ ਨੇ ਇੱਥੇ ਜਾਣਕਾਰੀ ਦਿੱਤੀ ਕਿ ਜੋ ਕਮਰਸ਼ੀਅਲ ਟਰੱਕ ਡਰਾਈਵਰ ਨੇ ਜਿਹੜੇ ਕਿ ਟਰੱਕ ਲੈ ਕੇ ਸਮਾਨ ਲੈਣ ਵਾਸਤੇ ਜਾਂ ਛੱਡਣ ਵਾਸਤੇ ਅਮਰੀਕਾ ਦੇ ਵਿੱਚ ਜਾਂਦੇ ਨੇ ਅਲਬਰਟਾ ਤੋਂ, ਤਾਂ ਮੌਂਟੇਨਾ ਦੇ ਵਿੱਚ ਉਹਨਾਂ ਟਰੱਕ ਡਰਾਈਵਰਸ ਦੇ ਕੋਵਿਡ-19 ਦੇ ਟੀਕੇ ਲੱਗ ਸਕਣਗੇ। ਇਸ ਦੇ ਬਾਰੇ ਅਲਬਰਟਾ ਤੇ ਮੌਂਟੇਨਾ ਦੇ ਦਰਮਿਆਨ ਸੰਧੀ ਹੋਈ ਹੈ ਜੋ ਉਹਨਾਂ ਦੇ ਬਾਰਡਰ ਦੇ ਉੱਤੇ ਇਸ ਸੰਬੰਧੀ ਸਹੂਲਤ ਦਿੱਤੀ ਜਾਵੇਗੀ, ਜਿਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ 10 ਮਈ ਤੋਂ ਇਹ ਸ਼ੁਰੂਆਤ ਕੀਤੀ ਜਾ ਰਹੀ ਹੈ ਕਿ ਮੌਂਟੇਨਾ ਦੇ ਵੱਲੋਂ ਟਰੱਕ ਡਰਾਈਵਰਸ ਦੇ ਵਾਸਤੇ ਕੋਵਿਡ-19 ਦੇ ਟੀਕੇ ਮੁਹੱਈਆ ਕਰਵਾਏ ਜਾਣਗੇ, ਕਿ ਉਹਨਾਂ ਦੇ ਟੀਕੇ ਲਗਵਾਏ ਜਾਣਗੇ, ਜਿਨ੍ਹਾਂ ਦੇ ਵਾਸਤੇ ਸਰਵਿਸ ਸਵੇਰੇ 8 ਵਜੇ ਤੋਂ ਸ਼ਾਮੀ 6 ਵਜੇ ਤੱਕ ਹਰ ਰੋਜ਼ ਮਈ 23 ਤੱਕ ਮੌਜੂਦ ਹੋਵੇਗੀ, ਜਿਸ ਦੇ ਵਾਸਤੇ ਕੋਈ ਵੀ ਉਹਨਾਂ ਤੋਂ ਪੈਸਾ ਨਹੀਂ ਲਿਆ ਜਾਵੇਗਾ। ਮੁਫਤ ਉਹਨਾਂ ਦੇ ਵਾਸਤੇ ਇਹ ਸਰਵਿਸ ਹੋਵੇਗੀ ਟੀਕੇ ਲਗਵਾਉਣ ਦੇ ਵਾਸਤੇ, ਜਿਸ ਦੇ ਬਾਰੇ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਟੀਕੇ ਉਹਨਾਂ ਨੂੰ ਲੱਗਣੇ ਨੇ ਉਹ ਜੌਨਸਨ ਐਂਡ ਜੌਨਸਨ ਕੰਪਨੀ ਦੇ ਵੱਲੋਂ ਜਿਹੜੇ ਟੀਕੇ ਤਿਆਰ ਕੀਤੇ ਗਏ ਨੇ ਉਹ ਲੱਗਣਗੇ, ਜਿਸ ਦੀ ਸਿਰਫ ਇੱਕ ਡੋਜ਼ ਦੀ ਲੋੜ ਹੁੰਦੀ ਹੈ ਤੇ ਇਸ ਦੌਰਾਨ ਟੀਕੇ ਦੇ ਵਾਸਤੇ ਟਰੱਕ ਡਰਾਈਵਰਸ ਨੂੰ ਪਹਿਲਾਂ ਤੋਂ ਬੁਕਿੰਗ ਕਰਨ ਦੀ ਵੀ ਲੋੜ ਨਹੀਂ ਪਵੇਗੀ। I'm very pleased to announce that we've signed an agreement with the government of Montana to vaccinate truck drivers who are required to cross the Alberta-Montana border as part of their job. Truck drivers have worked hard throughout the pandemic to keep the supply chain open and deliver the essential goods that Albertans need. And that's why Alberta is taking further measures to protect the health and safety of these workers. By vaccinating truck drivers who travel across the Montana-Alberta border, we're protecting them from COVID-19 infection and we're ensuring supply chain remains open during the pandemic. ਅੱਗੇ ਜਾਣਕਾਰੀ ਹੈ ਕਿ ਮੈਨੀਟੋਬਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ ਜਾਣਕਾਰੀ ਦਿੱਤੀ ਹੈ ਜੋ ਉਹਨਾਂ ਨੇ ਮਈ 6 ਨੂੰ ਤਾਜ਼ਾ ਡਰਾਅ ਕੱਢਿਆ ਹੈ। ਆਖਿਰ ਕਿੰਨਿਆਂ ਨੂੰ ਇਨਵੀਟੇਸ਼ਨ ਗਏ ਨੇ ਪੀਐਨਪੀ ਦੇ ਵਾਸਤੇ ਤੇ ਕੀ ਰਿਹਾ ਘੱਟੋ ਘੱਟ ਸਕੋਰ, ਉਸ ਦੇ ਬਾਰੇ ਦੱਸਦੇ ਹਾਂ। ਮੈਨੀਟੋਬਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ 6 ਮਈ ਨੂੰ ਇੱਕ ਤਾਜ਼ਾ ਡਰਾਅ ਕੱਢਿਆ ਹੈ, ਜਿਸ ਦੇ ਵਿੱਚ 150 ਕੈਂਡੀਡੇਟਸ ਨੂੰ ਪੀਐਨਪੀ ਦੇ ਤਹਿਤ ਇਨਵੀਟੇਸ਼ਨ ਗਏ ਨੇ। ਐਮਪੀਐਨਪੀ ਯਾਨੀ ਕਿ
ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਇਸ ਦੇ ਤਹਿਤ ਇਨਵੀਟੇਸ਼ਨ ਗਏ ਨੇ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਅੱਗੇ ਹੁਣ ਫਾਈਲ ਲਗਾਈ ਜਾਵੇਗੀ ਤੇ ਅੱਗੇ ਇਹ ਪ੍ਰਕਿਰਿਆ ਚੱਲੇਗੀ, ਜਿਸ ਦੇ ਵਿੱਚ ਵੱਖੋ ਵੱਖਰੀਆਂ ਸਟਰੀਮਸ ਦੇ ਅਧੀਨ ਇਹ ਡਰਾਅ ਕੱਢਿਆ ਗਿਆ, ਜਿਸ ਦੇ ਵਿੱਚ ਸਕਿਲਡ ਵਰਕਰਸ ਇਨ ਮੈਨੀਟੋਬਾ, ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ, ਸਕਿਲਡ ਵਰਕਰਸ ਓਵਰਸੀਜ਼। ਇਹ ਵੱਖੋ ਵੱਖਰੀਆਂ ਸਟਰੀਮਸ ਨੇ ਜਿਨ੍ਹਾਂ ਦੇ ਅਧੀਨ ਇਹ ਡਰਾਅ ਨਿਕਲਿਆ ਹੈ, ਜਿਸ ਦੇ ਵਿੱਚ ਜਿਹੜੇ ਕਿ ਸਕਿਲਡ ਵਰਕਰਸ ਇਨ ਮੈਨੀਟੋਬਾ ਯਾਨੀ ਕਿ ਜਿਹੜੇ ਕਾਮਿਆਂ ਦਾ ਮੈਨੀਟੋਬਾ 'ਚ ਕੰਮ ਕਰਨ ਦਾ ਅਨੁਭਵ ਸੀ, ਉਹਨਾਂ ਦੇ ਵਾਸਤੇ 104 ਇਨਵੀਟੇਸ਼ਨ ਗਏ ਨੇ, ਜਿਸ ਦੇ ਵਿੱਚ ਘੱਟੋ ਘੱਟ EOI ਸਕੋਰ ਹੈ ਜੋ ਉਹ 400 ਤੱਕ ਗਿਆ ਹੈ। ਇਸ ਨਾਲ ਹੀ ਸਕਿਲਡ ਵਰਕਰਸ ਓਵਰਸੀਜ਼ ਯਾਨੀ ਕਿ ਬਾਹਰਲੇ ਮੁਲਕਾਂ ਦੇ ਵਿੱਚੋਂ ਜਿਹੜੇ ਅਨੁਭਵ ਵਾਲੇ ਨੇ ਤੇ ਉਹਨਾਂ ਨੇ ਆਪਣੀਆਂ ਫਾਈਲਾਂ ਲਗਾਈਆਂ ਸੀ, ਉਸ ਦੇ ਵਿੱਚ 29 ਇਨਵੀਟੇਸ਼ਨ ਗਏ ਨੇ, ਜਿਸ ਦੇ ਵਿੱਚ EOI ਸਕੋਰ ਹੈ ਜੋ ਘੱਟੋ ਘੱਟ 703 ਤੱਕ ਗਿਆ ਹੈ। ਤੇ ਇਸ ਦੇ ਨਾਲ ਹੀ ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਯਾਨੀ ਕਿ ਜਿਹੜੇ ਕਿ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੇ ਵਿੱਚ 13 ਇਨਵੀਟੇਸ਼ਨ ਗਏ ਨੇ। ਤੁਹਾਨੂੰ ਦੱਸ ਦਈਏ ਕਿ ਸਾਲ 2021 ਦੇ ਵਿੱਚ ਮੈਨੀਟੋਬਾ ਦੇ ਵੱਲੋਂ PNP ਦੇ ਤਹਿਤ ਕੈਂਡੀਡੇਟਸ ਨੂੰ 2786 ਇਨਵੀਟੇਸ਼ਨ ਭੇਜੇ ਜਾ ਚੁੱਕੇ ਨੇ, ਜਿਨ੍ਹਾਂ ਦੀ PNP ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਫਿਰ ਉਹ ਫੈਡਰਲ ਦੇ ਵਿੱਚ ਫਾਈਲ ਲਗਾ ਸਕਦੇ ਨੇ। ਐਕਸਪ੍ਰੈਸ ਐਂਟਰੀ ਦੇ ਤਹਿਤ PR ਦੇ ਵਾਸਤੇ ਕੈਨੇਡਾ ਦੀ ਉਹਨਾਂ ਦੀ ਫਾਈਲ ਉਸ ਤੋਂ ਬਾਅਦ ਜਮ੍ਹਾਂ ਹੋ ਜਾਵੇਗੀ। ਅੱਗੇ ਖਬਰ ਹੈ ਕਿ ਮੈਨੀਟੋਬਾ ਵਿੱਚ ਸਿਹਤ ਹਦਾਇਤਾਂ ਨੂੰ ਹੋਰ ਵੀ ਜ਼ਿਆਦਾ ਸਖਤ ਕਰ ਦਿੱਤਾ ਗਿਆ ਹੈ। ਫਾਈਨ ਵੀ ਵਧਾ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਹੋਰ ਕਿਹੜੀਆਂ ਚੀਜ਼ਾਂ ਨੇ ਤੇ ਕਿਹੜੇ ਵਪਾਰ ਨੇ ਜਿਨ੍ਹਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ, ਉਹ ਤੁਹਾਨੂੰ ਦੱਸਦੇ ਹਾਂ। ਮੈਨੀਟੋਬਾ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਨੇ COVID-19 ਨਾਲ ਸੰਬੰਧਿਤ ਸਿਹਤ ਹਦਾਇਤਾਂ ਨੂੰ ਹੋਰ ਜ਼ਿਆਦਾ ਸਖਤ ਕਰ ਦਿੱਤਾ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਐਤਵਾਰ ਦੀ ਸਵੇਰ ਤੋਂ ਜਿਹੜੇ ਬਾਹਰ ਵੀ ਇਕੱਠ ਕੀਤੇ ਜਾਣੇ ਨੇ ਉਹਨਾਂ ਦੀ ਗਿਣਤੀ ਹੈ ਜੋ ਉਹ 10 ਤੋਂ 5 ਤੱਕ ਕਰ ਦਿੱਤੀ ਜਾਵੇਗੀ ਕਿ 5 ਤੋਂ ਜ਼ਿਆਦਾ ਵਿਅਕਤੀ ਬਾਹਰ ਵੀ ਇਕੱਠੇ ਨਹੀਂ ਹੋ ਸਕਦੇ। ਇਸ ਦੇ ਨਾਲ ਹੀ ਰੈਸਟੋਰੈਂਟ, ਬਾਰ ਤੇ ਪੈਟੀਓ ਇਹਨਾਂ ਥਾਵਾਂ ਦੇ ਉੱਤੇ ਇਨ ਪਰਸਨ ਡਾਈਨਿੰਗ ਬੰਦ ਕੀਤੀ ਜਾ ਰਹੀ ਹੈ। ਸਿਰਫ ਟੇਕ ਆਊਟ ਤੇ ਡਿਲੀਵਰੀ ਹੀ ਇਸ ਮੌਕੇ ਜਾਰੀ ਰਹੇਗੀ। ਜਿਮ, ਮਿਊਜ਼ੀਅਮ, ਆਰਟ ਗੈਲਰੀਜ਼ ਤੇ ਲਾਇਬ੍ਰੇਰੀਜ਼ ਇਹ ਵੀ ਬੰਦ ਕੀਤੀਆਂ ਜਾ ਰਹੀਆਂ ਨੇ ਤੇ ਨਾਲ ਹੀ ਕਿਸੇ ਵੀ ਧਾਰਮਿਕ ਥਾਂ ਦੇ ਉੱਤੇ ਅੰਦਰ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਸਰਵਿਸ ਹੈ ਜੋ ਉਹ ਨਹੀਂ ਦਿੱਤੀ ਜਾਵੇਗੀ। ਇਹ ਪੂਰੀ ਤਰ੍ਹਾਂ ਬੰਦ ਕੀਤਾ ਜਾ ਰਿਹਾ ਹੈ। ਦਰਅਸਲ ਸ਼ੁੱਕਰਵਾਰ ਨੂੰ ਮੈਨੀਟੋਬਾ ਤੋਂ COVID-19 ਦੇ ਨਵੇਂ 502 ਮਾਮਲੇ ਸਾਹਮਣੇ ਆਏ ਨੇ ਤੇ ਇੱਕ ਮੌਤ ਵੀ ਹੋਈ ਹੈ। ਇਸ ਦੌਰਾਨ ਮੈਨੀਟੋਬਾ ਦੇ ਵਿੱਚ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਜੋ ਹਦਾਇਤਾਂ ਦੀ ਉਲੰਘਣਾ ਕੀਤੇ ਜਾਣ ਦੇ ਫਾਈਨ ਨੇ ਉਹ ਵੀ ਹੋਰ ਜ਼ਿਆਦਾ ਵਧਾਏ ਜਾ ਰਹੇ ਨੇ। ਓਨਟਾਰੀਓ ਦੇ ਵਿੱਚ ਹੁਣ ਤੱਕ 4 ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਦੇ ਵਿੱਚ COVID-19 ਦੇ ਕਰਕੇ ਨਾਬਾਲਗਾਂ ਦੀ ਮੌਤ ਹੋਈ ਹੈ। ਤਾਜ਼ਾ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ 18 ਸਾਲਾ ਨੌਜਵਾਨ ਦੀ ਜਾਨ ਗਈ ਹੈ। ਓਨਟਾਰੀਓ ਦੇ ਵਿੱਚ COVID-19 ਦੇ ਕਰਕੇ ਜੋ ਇਸ ਸਮੇਂ ਹਾਲਾਤ ਬਣੇ ਹੋਏ ਨੇ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਹੁਣ ਦੇਵਾਂਗੇ। ਓਨਟਾਰੀਓ ਵਿੱਚ COVID-19 ਦੇ ਮਾਮਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਇਸ ਸਮੇਂ ਵੀ ਸਾਹਮਣੇ ਆ ਰਹੀ ਹੈ, ਜਿਸ ਦੇ ਵਿੱਚ 3100 ਤੋਂ ਵੱਧ ਮਾਮਲੇ ਇੱਕ ਦਿਨ ਵਿੱਚ ਸਾਹਮਣੇ ਆਏ ਨੇ। ਜਿਸ ਦੇ ਬਾਰੇ ਜੋ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ ਉਸ ਦੇ ਵਿੱਚ ਇਹ ਵੀ ਕਿਹਾ ਕਿ 19 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਦੀ ਚੌਥੀ ਮੌਤ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਓਨਟਾਰੀਓ ਵਿੱਚ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸ਼ੁੱਕਰਵਾਰ ਨੂੰ 3166 ਤਾਂ COVID-19 ਦੇ ਮਾਮਲੇ ਸਾਹਮਣੇ ਆਏ ਨੇ। ਇਸ ਦੇ ਨਾਲ ਹੀ 23 ਮੌਤਾਂ ਵੀ ਹੋਈਆਂ ਨੇ ਸੂਬੇ ਦੇ ਵਿੱਚ। ਇਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ, ਜਿਸ ਤੋਂ ਬਾਅਦ COVID-19 ਦੇ ਕਰਕੇ ਓਨਟਾਰੀਓ ਦੇ ਵਿੱਚ ਹੁਣ ਤੱਕ 8236 ਮੌਤਾਂ ਹੋ ਚੁੱਕੀਆਂ ਨੇ। ਨਾਲ ਹੀ ਅਧਿਕਾਰੀਆਂ ਨੇ ਦੱਸਿਆ ਜਿਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਕਿ ਇੱਕ ਨੌਜਵਾਨ ਜਿਸ ਦੀ ਉਮਰ 18 ਸਾਲ ਸੀ ਉਸ ਦੀ ਹਸਪਤਾਲ ਦੇ ਵਿੱਚ ਜਾਨ ਚਲੀ ਗਈ, ਜਿਸ ਨੂੰ ਕਿ COVID-19 ਤੋਂ ਬਾਅਦ ਬਿਮਾਰ ਹੋਣ ਦੇ ਉੱਤੇ ਹਸਪਤਾਲ 'ਚ ਜਦੋਂ ਭਰਤੀ ਕਰਵਾਇਆ ਗਿਆ ਸੀ ਤਾਂ ਇੱਕ ਦਿਨ ਦੇ ਅੰਦਰ ਹੀ ਉਸ ਦੀ ਜਾਨ ਚਲੀ ਗਈ। ਕਿਉਂਕਿ ਉਹ ਨਾਬਾਲਗ ਹੈ ਇਸ ਕਰਕੇ ਉਸ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ ਜਾ ਰਿਹਾ। ਪਰ ਇਸ ਦੌਰਾਨ ਅਧਿਕਾਰੀਆਂ ਨੇ ਇਹ ਦੱਸਿਆ ਕਿ ਉਸ ਦਾ ਪਰਿਵਾਰ ਵੀ ਬਿਮਾਰ ਹੈ। COVID-19 ਦੇ ਜੋ ਤਾਜ਼ਾ ਅੰਕੜੇ ਸਾਹਮਣੇ ਆਏ ਨੇ ਉਸ ਤੋਂ ਬਾਅਦ ਓਨਟਾਰੀਓ ਵਿੱਚ ਹੁਣ ਤੱਕ 4,86,223 ਮਾਮਲੇ ਸਾਹਮਣੇ ਆ ਚੁੱਕੇ ਨੇ। ਅਗਲੀ ਖਬਰ ਹੈ ਕਿ ਐਡਮੰਟਨ ਦੇ ਉੱਤਰ ਪੱਛਮ ਦੇ ਵਿੱਚ ਸੈਂਟ ਐਲਬਰਟ ਤੋਂ ਬਜ਼ੁਰਗਾਂ ਦੀ ਰਿਹਾਇਸ਼ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਬਾਰੇ ਅਧਿਕਾਰੀਆਂ ਨੇ ਹੋਰ ਜ਼ਿਆਦਾ ਜਾਣਕਾਰੀ ਸਾਂਝੀ ਕੀਤੀ ਹੈ, ਉਹ ਤੁਹਾਨੂੰ ਦੱਸਦੇ ਹਾਂ। ਸੈਂਟ ਐਲਬਰਟ ਦੇ ਲੌਂਗ ਟਰਮ ਕੇਅਰ ਹੋਮ ਦੇ ਵਿੱਚ ਜਿੱਥੇ ਕਿ 100 ਤੋਂ ਜ਼ਿਆਦਾ ਬਜ਼ੁਰਗ ਰਹਿੰਦੇ ਸਨ, ਇਮਾਰਤ ਨੂੰ ਭਿਆਨਕ ਅੱਗ ਲੱਗੀ। ਉਸ ਦੇ ਬਾਰੇ ਅਸੀਂ ਤੁਹਾਨੂੰ ਹੋਰ ਜਾਣਕਾਰੀ ਦੇਵਾਂਗੇ, ਜਿਸ ਦੇ ਵਿੱਚ ਸੈਂਟ ਐਲਬਰਟ RCMP ਨੇ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਅੱਗ ਲੱਗਣ ਦੇ ਬਾਰੇ ਜੋ ਜਾਣਕਾਰੀ ਹੈ ਉਹ ਰਾਤ ਨੂੰ 8 ਵਜੇ ਦੇ ਕਰੀਬ ਵੀਰਵਾਰ ਨੂੰ ਮਿਲੀ, ਜੋ ਕਿ 15 ਆਇਰਨ ਰਿਜ ਰੋਡ ਦੇ ਉੱਤੇ ਲੱਗੀ ਸੀ। ਜਿਸ ਤੋਂ ਕੁਝ ਦੇਰ ਬਾਅਦ ਹੀ ਐਡਮੰਟਨ ਫਾਇਰ ਰੈਸਕਿਊ ਸਰਵਿਸ ਦੇ ਵੱਲੋਂ ਵੀ ਹੋਰ ਜ਼ਿਆਦਾ ਮਦਦ ਦੀ ਮੰਗ ਕੀਤੀ ਗਈ ਤੇ ਜਾਣਕਾਰੀ ਦਿੱਤੀ ਗਈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਪੂਰੀ ਇਮਾਰਤ ਨੂੰ ਮੌਕੇ ਤੇ ਖਾਲੀ ਕਰਵਾਇਆ ਗਿਆ। ਇਸ ਦੌਰਾਨ 3 ਮਰੀਜ਼ਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ 2 ਦਾ ਧੂਏ ਕਰਕੇ ਨੁਕਸਾਨ ਹੋਇਆ ਸੀ ਤੇ 1 ਦਾ ਅੱਗ ਕਰਕੇ। ਜਿਸ ਦੌਰਾਨ ਇਹ ਵੀ ਦੱਸਿਆ ਗਿਆ ਹੈ ਕਿ ਅੱਗ ਦੇ ਕਰਕੇ ਜੋ ਤੀਜਾ ਮਰੀਜ਼ ਹੈ ਉਸ ਦਾ ਜੋ ਨੁਕਸਾਨ ਹੋਇਆ ਉਹ ਜ਼ਿਆਦਾ ਨਹੀਂ ਸੀ, ਜਿਸ ਨੂੰ ਕਿ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਇਲਾਜ ਦੇ ਵਾਸਤੇ। ਇਹ ਅੱਗ ਕਾਫੀ ਭਿਆਨਕ ਸੀ, ਜਿਸ ਦੇ ਕਰਕੇ ਇਮਾਰਤ ਪੂਰੀ ਤਰ੍ਹਾਂ ਨੁਕਸਾਨੀ ਗਈ।
ਜਿਸ ਦੌਰਾਨ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਆਰਸੀਐਮਪੀ ਦੇ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ ਕਿ ਬਜ਼ੁਰਗਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਦੇ ਵਾਸਤੇ ਤੇ ਉਹਨਾਂ ਨੂੰ ਸਹੂਲਤ ਵੀ ਦਿੱਤੀ ਗਈ। ਇਸ ਮੌਕੇ ਐਲਬਰਟਾ ਹੈਲਥ ਸਰਵਿਸਿਜ਼ ਦੇ ਵੱਲੋਂ ਵੀ ਉਹਨਾਂ ਨੂੰ ਸਹੂਲਤ ਦਿੱਤੀ ਗਈ ਤੇ ਜਿਨ੍ਹਾਂ ਨੂੰ ਦਵਾਈਆਂ ਦੀ ਲੋੜ ਸੀ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਰਾਤ ਨੂੰ 8 ਵਜੇ ਦੇ ਕਰੀਬ ਅੱਗ ਲੱਗਣ ਦਾ ਇਹ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਉੱਤੇ ਰਾਤ ਦੇ 11 ਵਜੇ ਤੱਕ ਕਾਬੂ ਪਾਇਆ ਗਿਆ। ਇਸ ਤਰ੍ਹਾਂ ਲਈ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।